ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 322 ਤੋਂ ਲੈ ਕੇ 324 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਮਹੱਲਾ ਪੰਜਵਾਂ। ਚੜ੍ਹ ਕੇ ਘੋੜੈ ਕੁੰਦੈ ਪਕੜੈ ਖੁੰਡੀ ਦੀ ਖੇਡਾਰੀ ਹੰਸਾਂ ਸੇਤੀ ਚਿੱਤ ਉਲਾਸੈ ਕੁੱਕੜ ਦੀ ਓਡਾਰੀ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਖੁੰਡੀ ਦੀ ਖੇਡ ਖੇਡਣੀ ਚਾਹੁੰਦੇ ਨੇ ਪਰ ਚੜ੍ਹ ਕੇ ਉਹ ਘੋੜਿਆਂ 'ਤੇ ਬੰਦੂਕਾਂ ਫੜਦੇ ਨੇ ਹੱਥ ਵਿੱਚ, ਜਿਸ ਤਰ੍ਹਾਂ ਜਿਹਦੀ ਕੁੱਕੜ ਦੀ ਉਡਾਰੀ ਤੱਕ ਪਹੁੰਚ ਆ ਵੀ ਓਨਾ ਕੁ ਚੱਲ ਸਕਦਾ, ਅਤੇ ਉਹਨਾਂ ਦੇ ਚਿੱਤ ਵਿੱਚ ਹੋਵੇ ਕਿ ਅਸੀਂ ਹੰਸਾਂ ਦੀ ਰੀਸ ਕਰੀਏ। ਇਸ ਤਰ੍ਹਾਂ ਦੀ ਇਹ ਗੱਲ ਬਣਦੀ ਆ, ਜਿਵੇਂ ਹਾਸੋਹੀਣੀ ਵਾਲੀ ਨਾ। ਇਸ ਤਰ੍ਹਾਂ ਹੀ ਕਹਿੰਦੇ ਜੇ ਮਨਮੁੱਖ ਨੇ ਉਹਨਾਂ ਦੇ ਮਨ ਵਿੱਚ ਹੋਵੇ ਕਿ ਅਸੀਂ ਗੁਰਮੁੱਖਾਂ ਦੀ ਰੀਸ ਕਰ ਸਕੀਏ। ਮਤਲਬ ਇਸ ਤਰ੍ਹਾਂ ਦੀ ਇਹ ਗੱਲ ਆ। ਪੌੜੀ ਰਸਨਾ ਉਚਰੈ ਹਰ ਸਰਵਣੀ ਸੁਣੈ ਸੋ ਉਧਰੈ ਮਿੱਤਾ ਹਰ ਜਸ ਲਿਖੈ ਲਾਏ ਪਾਵਨੀ ਸੇ ਹਸਤ ਪਵਿੱਤਾ। ਕਹਿੰਦੇ ਜਿਹੜੇ ਜੀਵ ਪ੍ਰੇਮ ਦੇ ਨਾਲ ਗੁਰਬਾਣੀ ਗਾਉਂਦੇ ਨੇ, ਉਹਦਾ ਨਾਮ ਗਾਉਂਦੇ ਨੇ, ਉਹਦਾ ਨਾਮ ਕੰਨਾਂ ਰਾਹੀਂ ਸੁਣਦੇ ਨੇ, ਕਹਿੰਦੇ ਹੇ ਮਿੱਤਰ ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਕਹਿੰਦੇ ਉਹ ਹੱਥ ਬੜੇ ਪਵਿੱਤਰ ਨੇ ਜਿਹੜੇ ਕਹਿੰਦੇ ਪ੍ਰੇਮ ਦੇ ਨਾਲ ਉਹਦੀ ਸਿਫਤ ਸਲਾਹ ਲਿਖਦੇ ਨੇ। 68 ਤੀਰਥ ਮਜਨਾ ਸਭ ਪੁੰਨ ਤਿਨ ਕੀਤਾ ਸੰਸਾਰ ਸਾਗਰ ਤੇ ਉਦਰੇ ਵਿਖਿਆ ਗੜ ਜਿੱਤਾ। ਕਹਿੰਦੇ ਉਹ ਫਿਰ ਜਿਹੜੇ ਮਤਲਬ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਬੜੇ ਪ੍ਰੇਮ ਨਾਲ ਲਿਖਦੇ ਨੇ, ਉਹਨਾਂ ਦੇ ਹੱਥ ਪਵਿੱਤਰ ਨੇ। ਕਹਿੰਦੇ ਉਹਨਾਂ ਦੇ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਉਹਨਾਂ ਨੇ 68 ਤੀਰਥਾਂ ਦੇ ਮਤਲਬ ਇਸ਼ਨਾਨ ਕਰਨ ਵਾਲਾ ਪੁੰਨ ਕਰ ਲਿਆ ਹੋਵੇ। ਜਿਸ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ 68 ਤੀਰਥਾਂ ਦੇ ਪੁੰਨ ਨੂੰ ਬਹੁਤ ਸਾਰੇ ਸਮਾਜ ਵਿੱਚ ਚੰਗਾ ਸਮਝਿਆ ਜਾਂਦਾ ਸੀ, ਇਸ ਕਰਕੇ ਪਾਤਸ਼ਾਹ ਸਮਝਾਉਣ ਲਈ ਦੱਸ ਰਹੇ ਨੇ। ਕਹਿੰਦੇ ਫਿਰ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਉਹਨੇ ਜਿਹੜਾ ਹੁੰਦਾ ਨਾ ਇਹ ਮਾਇਆ ਦਾ ਜਿਹੜਾ ਇਹ ਕਿਲਾ ਹੈਗਾ, ਇਹਨੂੰ ਸਰ ਕਰ ਲੈਂਦੇ ਨੇ। ਨਾਨਕ ਲੜ ਲਾਏ ਉਧਾਰੀਅਨ ਦੇ ਸੇਵ ਅਮਿਤਾ। ਕਹਿੰਦੇ ਉਹਨਾਂ ਨੂੰ ਫਿਰ ਪਰਮਾਤਮਾ ਆਪਣੇ ਲੜ ਲਾ ਕੇ ਇਸ ਸੰਸਾਰ ਸਾਗਰ ਤੋਂ ਤਾਰ ਲੈਂਦੇ ਨੇ, ਉਹਨਾਂ ਨੂੰ ਆਪਣਾ ਅੰਮ੍ਰਿਤ ਨਾਮ ਦਿੰਦੇ ਨੇ। ਸ਼ਲੋਕ ਮਹੱਲਾ ਪੰਜਵਾਂ। ਧੰਦੜੇ ਕੁਲਾਹ ਚਿਤ ਨਾ ਆਵੈ ਹੇਕੜੋ ਨਾਨਕ ਸੇਈ ਤਨ ਫੁਟਨ ਜਿਨਾ ਸਾਈਂ ਵਿਸਰੈ। ਕਹਿੰਦੇ ਜਿਹੜੇ ਹੋਰ ਧੰਦਿਆਂ ਵਿੱਚ ਆਪਣੇ ਆਪ ਨੂੰ ਮਸਤ ਰੱਖਦੇ ਨੇ ਪਰ ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਇੱਕ ਨੂੰ। ਫਿਰ ਨਾਨਕ ਜੀ ਕਹਿੰਦੇ ਨੇ ਉਹੀ ਜਿਨ੍ਹਾਂ ਨੂੰ ਪਰਮਾਤਮਾ ਭੁੱਲ ਜਾਂਦਾ, ਫਿਰ ਕਹਿੰਦੇ ਉਹ ਵਿਕਾਰਾਂ ਦੇ ਵਸ ਪੈ ਜਾਂਦੇ ਨੇ। ਮਹੱਲਾ ਪੰਜਵਾਂ। ਪ੍ਰੇਤੋਂ ਕੀਰਤਨ ਦੇਵਤਾ ਤਿਨ ਕਰਨੈ ਹਾਰੈ ਸਭੈ ਸਿੱਖ ਉਬਾਰੀਅਨ ਪ੍ਰਭ ਕਾਜ ਸਵਾਰੇ। ਕਹਿੰਦੇ ਪਰਮਾਤਮਾ ਨੇ ਹੀ ਕਹਿੰਦੇ ਉਹਨਾਂ ਨੂੰ ਜਿਹੜੇ ਪਰਮਾਤਮਾ ਦਾ ਨਾਮ ਜਪਦਾ ਇਸ ਸੰਸਾਰ ਸਾਗਰ ਤੋਂ ਤਾਰ ਲੈਂਦਾ। ਪਰਮਾਤਮਾ ਉਹਨਾਂ ਦੇ ਸਾਰੇ ਕਾਰਜ ਰਾਸ ਕਰ ਦਿੰਦਾ। ਪਰਮਾਤਮਾ ਨੇ ਹੀ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦਾ। ਨਿੰਦਕ ਪਕੜ ਪਛਾੜੀਅਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ। ਨਾਨਕ ਜੀ ਕਹਿੰਦੇ ਉਹ ਪਰਮਾਤਮਾ ਸਭ ਤੋਂ ਵੱਡਾ ਹੈ, ਉਹੀ ਆਪ ਜੀਵ ਨੂੰ ਪੈਦਾ ਕਰਦਾ ਅਤੇ ਉਹਨੂੰ ਉਹਦੇ ਆਤਮਿਕ ਜੀਵਨ ਨੂੰ ਸਵਾਰਦਾ। ਉਹੀ ਫਿਰ ਜਿਹੜੇ ਨਿੰਦਕ ਨੇ ਨਾ ਉਹਨਾਂ ਨੂੰ ਫੜ ਕੇ ਸਜ਼ਾਵਾਂ ਵੀ ਉਹੀ ਦਿਵਾਉਂਦਾ।
पौड़ी प्रभ बेअंत किछ अंत नाहे सब तिसै करना अगम अगोचर साहिबो जियां का परना। ਕਹਿੰਦੇ ਉਹ ਪਰਮਾਤਮਾ ਬੇਅੰਤ ਹੈ। ਕਹਿੰਦੇ ਉਹਦਾ ਕੋਈ ਅਸੀਂ ਅੰਤ ਨਹੀਂ ਪਾ ਸਕਦੇ। ਸਭ ਕੁਝ ਉਹਦਾ ਕੀਤਾ ਕਰਾਇਆ ਹੋ ਰਿਹਾ। ਕਹਿੰਦੇ ਉਹਦੇ ਤੱਕ ਸਾਡੀ ਪਹੁੰਚ ਨਹੀਂ, ਸਾਡੀਆਂ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਹੀਂ, ਪਰ ਕਹਿੰਦੇ ਉਹ ਮਾਲਕ ਸਾਡੇ ਸਾਰੇ ਜੀਆਂ ਦਾ ਆਸਰਾ ਉਹੀ ਹੈ। ਹਸਤ ਦੇ ਪ੍ਰਤਪਾਲ ਦਾ ਭਰਨ ਪੋਖਣ ਕਰਨਾ ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਤਰਨਾ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ। ਕਹਿੰਦੇ ਉਹ ਸਾਡੇ ਸਾਰਿਆਂ ਦੇ ਸਿਰ 'ਤੇ ਹੱਥ ਦੇ ਕੇ ਸਾਡੀ ਰੱਖਿਆ ਕਰਦਾ, ਸਾਨੂੰ ਪਾਲਦਾ। ਕਹਿੰਦੇ ਬੜਾ ਹੀ ਮਿਹਰਬਾਨ ਆ, ਸਾਡੇ ਔਗਣ ਬਖਸ਼ਣ ਵਾਲਾ। ਕਹਿੰਦੇ ਉਹਨੂੰ ਜਪ ਕੇ ਅਸੀਂ ਇਸ ਸੰਸਾਰ ਸਾਗਰ ਨੂੰ ਤਰ ਸਕਦੇ ਹਾਂ। ਫਿਰ ਨਾਨਕ ਜੀ ਕਹਿੰਦੇ ਨੇ, ਹੇ ਪਰਮਾਤਮਾ ਜੀ, ਜੋ ਤੈਨੂੰ ਚੰਗਾ ਲੱਗਦਾ ਉਹੀ ਭਲਾ, ਅਸੀਂ ਸਾਰੇ ਜੀਵ ਤੇਰੀ ਸ਼ਰਨ ਆਏ ਹਾਂ। ਸ਼ਲੋਕ ਮਹੱਲਾ ਪੰਜਵਾਂ। ਤਿੰਨਾ ਭੁੱਖ ਨਾ ਕਾਰਹੀ ਜਿਸ ਦਾ ਪ੍ਰਭ ਹੈ ਸੋਏ ਨਾਨਕ ਚਰਨੀ ਲੱਗਿਆ ਉਧਰੈ ਸਭੋ ਕੋਏ। ਕਹਿੰਦੇ ਜਿਨ੍ਹਾਂ ਦਾ ਉਹ ਮਾਲਕ ਪਰਮਾਤਮਾ ਬਣ ਗਿਆ, ਜਿਹੜੇ ਉਹਦਾ ਨਾਮ ਜਪ ਕੇ ਉਹਦੇ ਹੋ ਗਏ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਰਹਿੰਦੀ। ਨਾਨਕ ਜੀ ਕਹਿੰਦੇ ਨੇ, ਹੇ ਪਰਮੇਸ਼ਰ ਜੀ, ਤੇਰੇ ਚਰਨ ਲੱਗਿਆਂ ਸਾਰੇ ਜੀਵ ਹੀ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਮਹੱਲਾ ਪੰਜਵਾਂ। ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸੈ ਭੁੱਖ ਨਾ ਮੂਲ। ਕਹਿੰਦੇ ਜੇ ਅਸੀਂ ਮੰਗ 'ਤੇ ਬਣ ਕੇ ਨਿੱਤ ਉਸ ਸਾਹਿਬ ਤੋਂ ਉਹਦਾ ਨਾਮ ਮੰਗਦੇ ਰਹੀਏ, ਇੱਕ ਦਿਨ ਕਹਿੰਦੇ ਉਹ ਕਬੂਲ ਕਰ ਲੈਂਦਾ ਅਰਦਾਸ ਨੂੰ। ਨਾਨਕ ਜੀ ਕਹਿੰਦੇ ਜਿਨ੍ਹਾਂ ਨੂੰ ਦਛਨਾ ਦੇਣ ਵਾਲਾ ਪਰਮਾਤਮਾ ਆਪ ਆ, ਉਹਨਾਂ ਨੂੰ ਤਾਂ ਫਿਰ ਕਹਿੰਦੇ ਕਿਸੇ ਕਿਸਮ ਦੀ ਰਤਾ ਜਿੰਨੀ ਭੁੱਖ ਨਹੀਂ ਰਹਿ ਜਾਂਦੀ, ਜਿਨ੍ਹਾਂ ਨੂੰ ਪਰਮੇਸ਼ਰ ਦਿੰਦਾ, ਜਿਹੜੇ ਮੰਨਦੇ ਨੇ ਵੀ ਸਾਨੂੰ ਉਹ ਦਿੰਦਾ। ਪੌੜੀ ਮਨ ਰਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਕੋੜੇ ਰਾਜ ਮਿਲਖ ਖੁਸ਼ੀਆਂ ਕਣੀ ਧਿਆਏ ਮੁਖ ਨ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਓ ਇਹ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ। ਕਹਿੰਦੇ ਜਿਸ ਜੀਵ ਦਾ ਮਨ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ, ਕਹਿੰਦੇ ਉਹਦੇ ਲਈ ਇਹ ਸਭ ਕੁਛ ਆ। ਸੱਚੇ ਦਾ ਨਾਮ ਹੀ ਭੋਜਨ ਆ, ਪੋਸ਼ਾਕਾਂ। ਜਿਹਦੇ ਕਹਿੰਦੇ ਉਹਦੇ ਨਾਲ ਪ੍ਰੀਤ ਲੱਗ ਗਈ, ਉਹਦਾ ਨਾਮ ਹੀ ਕਹਿੰਦੇ ਉਹਦੇ ਲਈ ਹਾਥੀਆਂ ਘੋੜਿਆਂ ਦੀ ਸਵਾਰੀ ਕਰਨ ਦੇ ਬਰਾਬਰ ਆ। ਕਹਿੰਦੇ ਉਹ ਜੋ ਪਰਮਾਤਮਾ ਤੋਂ ਮੁੱਖ ਨਹੀਂ ਮੋੜਦਾ, ਸਦਾ ਉਹਨੂੰ ਹੀ ਧਿਆਉਂਦਾ, ਉਹਦੇ ਲਈ ਇਹ ਉਹਦਾ ਨਾਮ ਜਪਣਾ ਹੀ ਜਿਵੇਂ ਕੋਈ ਰਾਜ ਮਿਲਖ ਸਿਕਦਾਰੀਆਂ ਖੁਸ਼ੀਆਂ ਨੇ। ਉਹਨੂੰ ਸਭ ਇਹ ਖੁਸ਼ੀਆਂ ਉਹਦੇ ਨਾਮ 'ਚੋਂ ਹੀ ਮਿਲਦੀਆਂ ਨੇ। ਕਹਿੰਦੇ ਉਹ ਪਰਮਾਤਮਾ ਦੇ ਦਰ ਤੋਂ ਹੀ ਸਦਾ ਮੰਗਦਾ ਰਹਿੰਦਾ, ਪਰਮਾਤਮਾ ਦਾ ਦਰ ਨਹੀਂ ਛੱਡਦਾ, ਮੰਗਤਾ ਬਣ ਜਾਂਦਾ ਪਰਮਾਤਮਾ ਦੇ ਦਰ ਦਾ। ਨਾਨਕ ਜੀ ਕਹਿੰਦੇ ਨੇ ਨਾਨਕ ਮਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੇ। ਕਹਿੰਦੇ ਉਹ ਜੀਵ ਹਰ ਵਕਤ ਉਸ ਪਰਮਾਤਮਾ ਨੂੰ ਹੀ ਲੋੜਦਾ ਹੈ, ਉਹਦਾ ਦੀਦਾਰ ਹੀ ਮੰਗਦਾ। ਕਹਿੰਦੇ ਉਹਦੇ ਮਨ ਵਿੱਚ ਹਮੇਸ਼ਾ ਪਰਮਾਤਮਾ ਲਈ ਤਾਂਘ ਰਹਿੰਦੀ ਆ ਉਸ ਜੀਵ ਦੇ। ਹਾਂਜੀ ਸੰਗਤ ਜੀ, ਜਿਹੜਾ ਇਹ ਪਿੱਛੇ ਸੁਧ ਕੀਚੇ ਲਿਖਿਆ ਨਾ, ਜਦੋਂ ਗੁਰਸਿੱਖ ਗੁਰਬਾਣੀ ਲਿਖਦੇ ਸੀ ਨਾ, ਫਿਰ ਉਹ ਸ਼ੁੱਧ ਕਰਨ ਦੇ ਲਈ ਜਦੋਂ ਉਹਨਾਂ ਨੇ
ਪੰਚਮ ਪਾਤਸ਼ਾਹ ਨੂੰ ਦੇਣੀ ਹੁੰਦੀ ਸੀ। ਫਿਰ ਇਹ ਤੋਂ ਪਿੱਛੇ ਲਿਖ ਦਿੰਦੇ ਸੀ ਵੀ ਸੁੱਧ ਕੀਚੇ, ਵੀ ਇਹਨੂੰ ਸੁੱਧ ਕਰ ਦਿਓ ਬਾਣੀ ਨੂੰ। ਫਿਰ ਪਾਤਸ਼ਾਹ ਪਿੱਛੇ ਸੁੱਧ ਲਿਖ ਦਿੰਦੇ ਸੀ ਵੀ ਹੁਣ ਸੁੱਧ ਕਰ ਦਿੱਤੀ ਆ। ਰਾਗ ਗੌੜੀ ਭਗਤਾਂ ਕੀ ਬਾਣੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਉਹ ਪਰਮਾਤਮਾ ਇੱਕ ਹੈ, ਉਹਦਾ ਨਾਮ ਸਦਾ ਰਹਿਣ ਵਾਲਾ ਹੈ। ਉਹ ਕਰਤਾ ਹੈ, ਸਭ ਕੁਝ ਕਰਨ ਵਾਲਾ ਹੈ, ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। ਗੌੜੀ ਗੁਆਰੇਰੀ ਸ੍ਰੀ ਕਬੀਰ ਜੀਓ ਕੇ ਚੌਪਦੇ 14, ਅਬ ਮੋਹੇ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ ਰਹਾਓ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਕਿ ਮੇਰੇ ਅੰਦਰ ਮਤਲਬ ਤ੍ਰਿਸ਼ਨਾ ਸੀਗੀ। ਫਿਰ ਕੀ ਹੋਇਆ ਕਹਿੰਦੇ, ਫਿਰ ਕਹਿੰਦੇ ਨਾਮ ਜਪਣ ਦੇ ਨਾਲ ਮੈਨੂੰ ਰਾਮ ਜਲ ਮਿਲ ਗਿਆ। ਕਹਿੰਦੇ ਜਿਹੜਾ ਰਾਮ ਜਲ ਆ, ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਆ, ਉਹਨੇ ਕਹਿੰਦੇ ਮੇਰੇ ਤਨ ਦੀ ਸਾਰੀ ਤ੍ਰਿਸ਼ਨਾ ਖਤਮ ਕਰ ਦਿੱਤੀ ਆ। ਹੁਣ ਮੇਰਾ ਮਨ ਠੰਡਾ ਸ਼ਾਂਤ ਹੋ ਗਿਆ। ਮਨ ਮਾਰਨ ਕਾਰਨ ਬਨ ਜਾਈਐ, ਸੋ ਜਲ ਬਿਨ ਭਗਵੰਤ ਨ ਪਾਈਐ। ਕਹਿੰਦੇ ਸੰਸਾਰੀ ਲੋਕ ਸੰਸਾਰ ਨੂੰ ਛੱਡ ਕੇ, ਗ੍ਰਹਿਸਥ ਨੂੰ ਛੱਡ ਕੇ ਜੰਗਲਾਂ ਵਿੱਚ ਮਨ ਮਾਰਨ ਜਾਂਦੇ ਨੇ। ਪਰ ਕਹਿੰਦੇ ਇਹ ਮਨ ਹੈ ਜੋ ਇਹ ਮਰਦਾ ਨਹੀਂ ਹੈ ਪਰਮਾਤਮਾ ਦਾ ਨਾਮ ਜਪੇ ਤੋਂ ਬਿਨਾਂ। ਪਰਮਾਤਮਾ ਦਾ ਜਦੋਂ ਨਾਮ ਜਲ ਮਿਲਦਾ ਉਹਦੇ ਤੋਂ ਬਿਨਾਂ ਨਹੀਂ ਮਰਦਾ ਇਹ, ਜੰਗਲਾਂ 'ਚ ਜਾਇਆ ਨਹੀਂ ਮਰਦਾ ਇਹ। ਜਿਹ ਪਾਵਕ ਸੁਰ ਨਰ ਹੈ ਜਾਰੇ, ਰਾਮ ਉਦਕ ਜਨ ਜਲਤ ਉਬਾਰੇ। ਕਹਿੰਦੇ ਜਿਸ ਤ੍ਰਿਸ਼ਨਾ ਦੀ ਅੱਗ ਨਾਲ ਸਾਰੇ ਮਨੁੱਖ ਦੇਵਤੇ ਸੜਦੇ ਨੇ, ਉਹ ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਅੱਗ ਆ ਉਹ ਪਰਮਾਤਮਾ ਦੇ ਨਾਮ ਰੂਪੀ ਜਲ ਦੇ ਨਾਲ ਹੀ ਕਹਿੰਦੇ ਬੁਝਦੀ ਆ। ਫਿਰ ਹੀ ਉਹਦੇ 'ਚੋਂ ਉਹ ਪਾਰ ਹੁੰਦੇ ਨੇ। ਭਵ ਸਾਗਰ ਸੁਖ ਸਾਗਰ ਮਾਹੀ, ਪੀਵ ਰਹੇ ਜਲ ਨਿਖੁਟਤ ਨਾਹੀ। ਕਹਿੰਦੇ ਇਸ ਸੰਸਾਰ ਸਾਗਰ ਦੇ ਵਿੱਚ ਇੱਕ ਸੁਖ ਸਾਗਰ ਵੀ ਹੈ। ਉਹ ਸੁਖ ਸਾਗਰ ਹੈ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ। ਫਿਰ ਕਹਿੰਦੇ ਉਹ ਇੰਨਾ ਮਤਲਬ ਉਹਦੇ ਅਮੁੱਕ ਖਜ਼ਾਨੇ ਨੇ। ਕਹਿੰਦੇ ਜਿੰਨੀ ਮਰਜ਼ੀ ਸੰਗਤ ਪੀਵੇ, ਸੰਸਾਰ ਪੀਵੇ, ਕਹਿੰਦੇ ਉਹਦੇ 'ਚ ਕਦੇ ਘਾਟਾ ਨਹੀਂ ਪੈਂਦਾ, ਕਦੇ ਖਤਮ ਨਹੀਂ ਹੁੰਦਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ। ਕਹਿ ਕਬੀਰ ਭਜ ਸਾਰਿੰਗ ਪਾਣੀ, ਰਾਮ ਉਦਕ ਮੇਰੀ ਤਿਖਾ ਬੁਝਾਨੀ। ਕਬੀਰ ਜੀ ਕਹਿੰਦੇ ਨੇ ਉਸ ਸਾਰਿੰਗ ਪਾਣੀ ਨੂੰ, ਪਰਮਾਤਮਾ ਨੂੰ ਕਹਿੰਦੇ ਭਜਨ ਕਰੋ, ਉਹਦਾ ਬੰਦਗੀ ਕਰੋ। ਕਹਿੰਦੇ ਉਹਦੀ ਬੰਦਗੀ ਨੇ, ਉਹਦੇ ਅੰਮ੍ਰਿਤ ਰੂਪੀ ਨਾਮ ਨੇ ਮੇਰੀ ਕਹਿੰਦੇ ਇਹ ਮਾਇਆ ਦੀ ਜਿਹੜੀ ਤਿੱਖਾ ਸੀ, ਪਿਆਸ ਸੀ, ਭੁੱਖ ਸੀ, ਬੁਝਾ ਦਿੱਤੀ ਆ। ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉੱਠੀ ਅਦਕਾਏ ਰਹਾਓ। ਕਹਿੰਦੇ ਹੇ ਮਾਧੋ, ਹੇ ਪਰਮੇਸ਼ਰ ਜੀ, ਤੁਹਾਡੇ ਕਹਿੰਦੇ ਅੰਮ੍ਰਿਤ ਰੂਪੀ ਨਾਮ ਦੇ ਲਈ ਮੇਰੀ ਪਿਆਸ ਖਤਮ ਨਹੀਂ ਹੁੰਦੀ। ਕਹਿੰਦੇ ਜਿੰਨਾ ਪੀਨਾ ਕਹਿੰਦੇ ਉਹਦੇ ਨਾਲੋਂ ਜ਼ਿਆਦਾ ਵੱਧਦੀ ਜਾਂਦੀ ਆ, ਪੀਤਿਆਂ ਹੋਰ ਵੱਧਦੀ ਜਾਂਦੀ ਆ। ਕਹਿੰਦੇ ਮੇਰੀ ਪਿਆਸ ਤੁਹਾਡੇ ਨਾਮ ਜਲ ਲਈ ਖਤਮ ਨਹੀਂ ਹੋਣ ਚਾਹੁੰਦੀ। ਤੂੰ ਜਲ ਨਿਧ ਹੋ ਜਲ ਕਾ ਮੀਨ, ਜਲ ਮੈਂ ਰਹੋ ਜਲੈ ਬਿਨ ਖੀਨ। ਕਹਿੰਦੇ ਪਰਮੇਸ਼ਰ ਜੀ ਤੁਸੀਂ ਮੇਰੇ ਜਲ ਹੋ, ਮੈਂ ਤੁਹਾਡੇ 'ਚ ਰਹਿਣ ਵਾਲੀ ਮੱਛੀ ਹਾਂ। ਕਹਿੰਦੇ ਤੁਹਾਡੇ ਤੋਂ ਬਿਨਾਂ ਇਹ ਮੱਛੀ ਰਹਿ ਨਹੀਂ ਸਕਦੀ, ਇਹ ਮੱਛੀ ਮਰਦੀ ਜਾਂਦੀ ਹੈ ਇਸ ਜਲ ਤੋਂ ਬਿਨਾਂ।
ਤੂੰ ਪਿੰਜਰ ਹਉ ਸੂਟਾ ਤੋਰ, ਜਮ ਮਜਾਰ ਕਹਾ ਕਰੈ ਮੋਰ। ਕਹਿੰਦੇ ਪਰਮੇਸ਼ਰ ਜੀ ਤੂੰ ਮੇਰਾ ਪਿੰਜਰਾ ਹੈ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ। ਕਹਿੰਦੇ ਜਦੋਂ ਮੇਰਾ ਐਡਾ ਮਜ਼ਬੂਤ ਪਿੰਜਰਾ ਹੈ ਮੇਰੇ ਕਮਜ਼ੋਰ ਜਿਹੇ ਤੋਤੇ ਦਾ, ਫਿਰ ਕਹਿੰਦੇ ਜਮ ਰੂਪੀ ਬਿੱਲਾ ਮੇਰਾ ਕੀ ਵਿਗਾੜ ਸਕਦਾ ਹੈ। ਤੂੰ ਤਰਵਰ ਹਉ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਕਹਿੰਦੇ ਤੂੰ ਮੇਰਾ ਰੁੱਖ ਹਾਂ, ਕਹਿੰਦੇ ਮੈਂ ਆ ਕੇ ਤੇਰੇ 'ਤੇ ਬੈਠਿਆ ਹੋਇਆ ਛੋਟਾ ਜਿਹਾ ਪੰਛੀ ਆ ਕਹਿੰਦੇ, ਪਰ ਕਹਿੰਦੇ ਮੈਂ ਮੰਦ ਭਾਗੀ ਹਾਂ, ਮੈਨੂੰ ਤੇਰਾ ਅਜੇ ਦਰਸ਼ਨ ਨਹੀਂ ਹੋਇਆ। ਕਿਉਂ ਨਹੀਂ ਹੋਇਆ ਅਜੇ? ਕਹਿੰਦੇ ਤੂੰ ਸਤਿਗੁਰ ਹਉ ਨੌਤਨ ਚੇਲਾ, ਕਹੇ ਕਬੀਰ ਮਿਲ ਅੰਤ ਕੀ ਬੇਲਾ। ਤੂੰ ਸਤਿਗੁਰ ਹਉ ਨੌਤਨ ਚੇਲਾ, ਕਹੇ ਕਬੀਰ ਮਿਲ ਅੰਤ ਕੀ ਬੇਲਾ। ਕਹਿੰਦੇ ਹੇ ਸਤਿਗੁਰੂ ਮੈਂ ਤੇਰਾ ਨਵਾਂ ਬਣਿਆ ਚੇਲਾ ਜੇ, ਮੈਨੂੰ ਅਜੇ ਕਹਿੰਦੇ ਇੰਨੀ ਜਾਚ ਨਹੀਂ ਮੈਂ ਨਵਾਂ ਬਣਾ ਚੇਲਾ। ਕਬੀਰ ਜੀ ਕਹਿੰਦੇ ਪਰ ਕਹਿੰਦੇ ਮੈਂ ਬੇਨਤੀ ਕਰਦਾ ਵੀ ਇਹ ਜਿਹੜਾ ਮਨੁੱਖਾ ਜਨਮ ਆ ਇਹਦੇ ਅੰਤ ਤੱਕ ਮੈਨੂੰ ਦਰਸ਼ਨ ਦੇ ਦੇ, ਮੈਨੂੰ ਮਿਲ ਲਾ। ਕਿ ਜਿਹੜਾ ਮਨੁੱਖਾ ਜਨਮ ਆ ਕਹਿੰਦੇ ਹੁਣ ਇਹ ਅੰਤ ਦੀ ਵਾਰੀ ਆ, ਕਹਿੰਦੇ ਹੁਣ ਮੇਰੇ ਨਾਲੋਂ ਵੱਖ ਨਾ ਰਹੀ। ਹੁਣ ਕਹਿੰਦੇ ਹੇ ਪਰਮੇਸ਼ਰ ਜੀ ਮੈਨੂੰ ਹੁਣ ਦਰਸ਼ਨ ਦੇ ਦਿਓ, ਦੀਦਾਰ ਦੇ ਦਿਓ ਇਸ ਮਨੁੱਖਾ ਜੀਵਨ ਦੇ ਵਿੱਚ। ਬੜੀ ਪਿਆਰੀ ਬਾਣੀ ਆ ਭਗਤ ਸਾਹਿਬਾਨ ਦੀ, ਗੁਰੂ ਸਾਹਿਬਾਨ ਦੀ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਸਤਿਗੁਰੂ ਜੀ, ਅੱਗੇ ਤੋਂ ਸਮੱਤ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।